चित तेरिया भगतां डिठिया मन की कटिए मैल साध संग बोठिया बड़े मेरे साहिबा बड़ी तेरी वडियाई जिसनू साहिब वड्डा करे सोई वड जानी साहिब सेवक एक दृष्टाया साहिब मेरा सदा है दिसे शब्द कमाए। अज साडे सत्कारयोग महंत करमजीत सिंह जी उन्होंने ये महापुरुषों के ये संत समाज की शुरुआत की है। शुरू भी इन्होंने ये काम किया है। इन्हों का इत्थे बहुत बड़ा उपराला भी है, स्थान भी है। बहुत महापुरुष सत्कारयोग संगतां जाके ठहरदियां भी है। इन्होंने सारे महापुरुषों का नाम लिया। आ जिहड़ा समा है बहुत वड्डी गल है। गुरु साहब की हजूरी विच तुसीं संगतां बैठे हो। अज किन्नियां संगतां रागी सिंह होर साडे सियासी लोग किन्ने बोल के गए हैं। अज कौन चेता आ रहा है? उन्हां दे प्यारिआं नूं वेख के आवे साहिब चित तेरिया भगतां डिठिया मन की कटिए मैल साध संग पुठिया बड़े मेरे साहिबा बड़ी तेरी वडियाई। वडियाई किहदी है? गुरु कलगीधर पातशाह जिन्हां ने आ पटने दे विच एडी महान किरपा कीती, एडी वड्डी बख्शिश कीती। इस बिहार विच आके इत्थे आके अवतार धारिया। बचपन विच बड़े चोज कीते। दसदे आ कड़ाम दा पीर इत्थे आया, मैं वो टूका ही देनी है। मरीदां नूं नाल लैके बई चलो अज तुहानूं अल्लाह ताला ने अवतार धारिया, तुहानूं दर्शन करावां। आके दर्शनी ड्योढ़ी विच बैठ गया। मामा कृपाल जी ने कहा बई हजे दर्शन नहीं हो सकते गोबिंद राय दे। वो कहंदे खाना पीना नहीं उन्ना चिर कुछ भी, दर्शन करने। मेरा दसन दा मतलब की बाबा जी बाबा अपना बाबा कृपाल सिंह जी वो ले आए, असी मामा कह देने। वो सत्कारयोग हस्ती सी। जदों गोबिंद राय जी नूं लैके आए कोले, हुण थोड़े जे दिनां दा बच्चा किंडा कुंदा है ते तौलियां सोहणे रमालां च लपेटिया होया गुरु साहब नूं। ते उन्हां ने वो पीर जी ने दो कुजियां मूहरे कर दित्तियां। गवाड़ी लैके गुरु साहब ने दोनों कुजियां ते हथ रख दिते। दोनों कुजियां ते कि साडे गुरुआं ने कोई वितकरा कीता? वो सारी दुनिया दे सांझे सी। जिवें बाणी च भी आउंदा है, सांझा साहिब बाप हमारा नौनित तेरे कुट भंडारा। खतरी ब्राह्मण सूद बैंस उपदेश चौं वर्णा को सांझा। चौं वर्णा को दे उपदेश नानस पंडित को सदा आदेश। बीज मंत्र सर्व को ज्ञान चौं वर्णा में जपै को नाम। कोई भी जप सकता है,
ਗੁਰੂ ਸਾਹਿਬ ਨੇ ਬਚਪਨ ਦੇ ਵਿੱਚ ਬੜੀਆਂ ਬੜੀਆਂ ਖੇਡਾਂ ਕੀਤੀਆਂ। ਕੇਰਾਂ ਦੱਸਦੇ ਆ ਕੰਗਣ ਹੱਥ ਵਿੱਚੋਂ ਲਾਹ ਕੇ ਸਿਉਨੇ ਦਾ ਗੰਗਾ ਵਿੱਚ ਸੁੱਟਿਆ ਏ। ਜਦੋਂ ਵਾਪਸ ਆ ਗਏ ਮਾਤਾ ਗੁਜਰ ਕੌਰ ਜੀ ਪੁੱਛਦੇ ਆ, ਲਾਲ ਜੀ ਕੰਗਣ ਕਿੱਥੇ ਹੈ? ਤੇ ਕਹਿੰਦੇ ਉਹ ਤਾਂ ਗੰਗਾ 'ਚ ਡਿੱਗ ਪਿਆ। ਮਾਤਾ ਜੀ ਨਾਲ ਲੈ ਕੇ ਉੱਥੇ ਚਲੇ ਗਏ ਕੰਗਣ ਗੰਗਾ ਤੇ। ਗੁਰੂ ਸਾਹਿਬ ਨੇ ਹੌਲੀ ਦੇਣੇ ਉਹ ਕੰਗਣ ਵੀ ਲਾ ਕੇ ਵਿੱਚ ਸੁੱਟ ਦਿੱਤਾ। ਮਾਤਾ ਜੀ ਥੋੜਾ ਜਿਹਾ ਗੁੱਸੇ ਵੱਲ ਝਾਕੇ, ਬਈ ਲਾਲ ਜੀ ਇਹ ਵੀ ਸਿੱਟਤਾ, ਇਹ ਮਹਿੰਗੀ ਚੀਜ਼ ਹੈ। ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਥੋੜੇ ਜਿਹੇ ਸਮੇਂ ਵਿੱਚ ਕਿਹਾ, ਅੱਖਾਂ ਵਿੱਚੋਂ ਕੀ ਵਿਖਾਇਆ? ਆਦ ਤੋਂ ਲੈ ਕੇ ਅੰਤ ਤੱਕਰ ਸਾਰਾ ਕੁਝ ਹੀ ਵਿਖਾ ਦਿੱਤਾ। ਬਈ ਮੈਂ ਇਹ ਸਿਉਨੇ ਨਹੀਂ ਪਾਉਣੇ, ਸਰਬਲੋਹ ਦੀਆਂ ਤਲਵਾਰਾਂ ਚੱਕਣੀਆਂ, ਖੰਡੇ ਚੱਕਣੇ ਐ, ਪੰਜ ਪਿਆਰੇ ਸਾਜਣੇ ਐ, ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਕਰਨਾ, ਜੰਗ ਯੁੱਧ ਕਰਨੇ ਐ, ਆਨੰਦਪੁਰ ਸਾਹਿਬ ਦਾ ਨਜ਼ਾਰਾ, ਚਾਰੇ ਸਾਹਿਬਜ਼ਾਦੇ ਸ਼ਹੀਦ ਹੁੰਦੇ, ਨੀਹਾਂ ਵਿੱਚ ਚਿਣੇ ਗਏ ਛੋਟੇ ਸਾਹਿਬਜ਼ਾਦੇ ਵੱਡੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, ਕਿੰਨੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ। ਸਾਰਾ ਕੁਝ ਹੀ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਪਹਿਲਾਂ ਹੀ ਵਿਖਾ ਦਿੱਤਾ। ਉਹ ਸੀ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੀ ਉਹ ਪਿਆਰੀ ਕੁੱਖ ਤੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਗਮਨ ਪੁਰਬ ਇੱਥੇ ਜਨਮ ਲਿਆ, ਅਵਤਾਰ ਧਾਰਿਆ। ਅੱਜ ਇਹ ਧਰਤੀ ਕਿੱਡੇ ਕੁ ਭਾਗਾਂ ਵਾਲੀ ਹੈ। ਪਤਾ ਨਹੀਂ ਕਿੰਨੇ ਕੁ ਦੇਵੀ ਦੇਵਤੇ ਇੱਥੇ ਆਉਂਦੇ ਆ ਸਜਦਾ ਕਰਨ, ਇਸ ਜਗ੍ਹਾ ਨੂੰ ਨਮਸਕਾਰਾਂ ਕਰਨ ਵਾਸਤੇ। ਅਸੀਂ ਸੋਚਦੇ ਹੋਵਾਂਗੇ ਬਈ ਸੰਗਤ ਬੜੀ ਥੋੜੀ ਜੀ ਆ, ਖਬਰਾ ਬੈਠਣ ਨੂੰ ਜਗ੍ਹਾ ਨਾ ਹੋਵੇ ਸੰਗ ਦੇ। ਪਤਾ ਨਹੀਂ ਕਿੰਨੇ ਕੁ ਆਉਂਦੇ ਆ ਦੇਵੀ ਦੇਵਤੇ ਫੁੱਲ ਵਰਸਾਉਣ। ਇਸ ਲਈ ਗੁਰਮੁਖ ਪਿਆਰਿਓ, ਇਹ ਉਹ ਪੂਜਨ ਯੋਗ ਜਗ੍ਹਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟਿਏ ਮੈਲ ਸਾਧ ਸੰਗ ਬੂਟਿਆਂ। ਅਸੀਂ ਆਪਣੇ ਮਨਾਂ ਦੀ ਮਾਲ ਜਿਹੜੀ ਲੱਗੀ ਹੈ, ਇਹ ਕਾਲਾ ਸਾਹ ਹੋਇਆ ਪਿਆ, ਇਹ ਕਿਵੇਂ ਲੱਥੇਗੀ? ਅਸੀਂ ਦੀਵਾਨ ਵਿੱਚ ਆਉਨੇ ਆ, ਜਿਹੜੇ ਚੰਗੇ ਵਿਚਾਰ ਹੈ ਉਹਨਾਂ ਨੂੰ ਕੈਚ ਕਰਨਾ, ਆਪਣੇ ਅੰਦਰ ਵਸਾਉਣਾ, ਜਗ੍ਹਾ ਦੇਣੀ ਹੈ। ਜਿਹੜੇ ਮਾੜੇ ਫੁਰਨੇ ਆ ਉਹਨਾਂ ਨੂੰ ਅਸੀਂ ਕੱਢਣਾ, ਆਪਣੇ ਅੰਦਰ ਤੱਕੜੀ ਲਾਉਣੀ ਹੈ। ਹੇ ਮਨਾ, ਜੇ ਤੂੰ ਮਾੜੇ ਕੰਮ ਕਰਦਾ ਤਾਂ ਛੱਡ ਦੇ, ਚੰਗੇ ਕਰਦਾ ਤਾਂ ਤੇਰੇ ਲਈ ਇਹ ਚੰਗੇ ਆ, ਫਾਇਦਾ। ਇਹ ਵਿਚਾਰ ਬਣਾਉਣੀ ਹੈ। ਇਹ ਜਿਹੜੀ ਮਨ ਦੀ ਮਾਲ ਹੈ, ਇਹ ਅਸੀਂ ਆਪਣੇ ਕੱਟਣੀ ਹੈ। ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪਾ ਨਾਵਾ ਕਾ ਰੰਗ। ਨਾਮ ਦੇ ਰੰਗ ਨਾਲ ਇਹ ਮਲ ਲਾਉਣੀ ਆ। ਇਸ ਲਈ ਗੁਰਮੁਖ ਪਿਆਰਿਓ, ਸਾਡੇ ਤੇ ਪ੍ਰਧਾਨ ਹਿੱਤ ਜੀ ਸਾਨੂੰ ਕਹਿਣ ਲੱਗੇ ਵੀ ਤੁਸੀਂ ਹੁਣੇ ਹੀ ਬੈਠ ਜਾਓ, ਇਹ ਤੇ ਸੀਐਮ ਨੇ ਆਉਣਾ ਹੈ। ਅਸੀਂ ਸਾਡੇ ਸਿੰਘ ਸਾਹਿਬ ਦੇ ਕਮਰੇ 'ਚ ਜਾ ਵੜੇ। ਹੁਣ ਬੈਠਣਾ ਬੜਾ ਔਖਾ, ਸੱਚੀ ਗੱਲ ਤਾਂ ਇਹ ਹੈ। ਤੇ ਇਸ ਤਰ੍ਹਾਂ ਭਾਈ, ਤੇ ਕਈ ਵਾਰੀ ਤਕਲੀਫ ਵੀ ਹੋ ਜਾਂਦੀ ਹੈ। ਪਰ ਆ ਜਿਹੜਾ ਸਮਾਂ ਸੰਤ ਸਮਾਜ ਦਾ ਟਾਈਮ ਰੱਖਿਆ, ਇਹ ਬਹੁਤ ਵੱਡੀ ਗੱਲ ਕੀਤੀ ਹੈ।
साडे बहुत ही सत्कारयोग सिंह साहब ज्ञानी गहौर जी, वो भी बहुत प्यारे है, बहुत ही अच्छे लोग हैं। उन्होंने टेलीफोन मारिया भी बाबा जी कुछ होवे तुसी आउणा ही आउणा है, ते मन दे विच बड़ा उत्साह हो गया। साडे प्यार वाले बाबा जोगा सिंह जी करनाल वाले, जेड़े उस एक शहीद महान बाबा जंग सिंह जी ते ओ जिन्हां ने साथी विच गोलियां खाधियां दिल्ली च, उस जगह तो फिर इन्हां ने भी कहा बई तुसीं जरूर आउणा है। सेवादारां नूं कहा भी कुछ होवे चलना ही है। एक प्यार दी खिच बन जाती है। खिच पाउंदा कौन है? गुरु साहब पाउंदे है। असीं हो गए 17-18 साल जदों तख्त ते रात नूं भोग पैंदा है, उस जगह ते सानू जेड़े पहला जथेदार सी कहन लगे बई मैं थोड़ी अरदास करनी है। एक साडा भाई होर सीगा ते नाल साडे नानकसर तो अरदास करनी है। मैं कहा जी काहदी करनी है? कहंदे भी हर साल आउणा है। केरा तां मन जिहा डोलिया, फिर मैं कहा मना ये किहड़ा आप ही कह रहे हैं, इन्हां तो भी खबर है गुरु साहब ही घुमाउंदे होण। मैं कहा जी कर दिओ। वो कहंदे हर साल आउणा है। साडे ते इहो जिहा औखा समा आया जिथों कोई निकल के आ नहीं सी सकदा, गुरु साहब ने सानू उतों भी इत्ते लिआंदा, गए हाजिर नहीं होण दिता। ये एडे वड्डी ताकत है। अज साडे गुरु साहब कित्थे है? 10 गुरु कित्थे है? जिन्हां दी आद तो लैके अंत तक असीं वडियाइयां कर रहे हैं, इतिहास सुना रहे हैं, वो कित्थे ने? आ बैठे आ प्रगट गुरां की दे, जिसकी बाणी तिस मैं समाणी। आप हुक्म करके गए है, आज्ञा भई अकाल की, तभी चलायो पंथ, सब सिखन को हुक्म है। गुरु मान्यो ग्रंथ, गुरु ग्रंथ जी मान्यो, प्रगट गुरां की दे, जो प्रभु को मिल बोच है, खोज शब्द मैं ले। सरदा भावना दे नाल कोई भी इन्हां नूं पा सकदा तां दाते है। जिवें बाबा नंद सिंह जी नानसर कलेरां वाले महापुरुष, जिन्हां ने दिन रात एक करके गुरु नानक दे गुरु ग्रंथ साहब विचों दर्शन कीते। बई सच्चे पातशाह सोडा ये बचन है, बई प्रगट गुरां की दे है, तां सानू दर्शन दिओ। बाबा नंद सिंह जी महाराज ने दर्शन कीते, अज भी विराजमान है। जिसकी बाणी तिस मैं समाणी। ये वरतदे किहदे राही है? कोई झूठिया मूठिया राही नहीं वरतदे, लोभियां लालचियां राही नहीं वरतदे, जीवन तो गिरिया राही नहीं वरतदे। किहदे राही वरतदे है? नानक गुप्त वरतदा, प्रगट संत जना। पर संत होवे जदों तो मां दे पेट तो जन्म ले लिया, किते मंदे पैर ना रखिया होवे, उन्हां राही वरतदे आ। बाबा नंद सिंह जी महाराज, बाबा ईसर सिंह जी महाराज, उन्हां महापुरुषां ने घोर तपस्या कीती। नानसर कलेरा जिन्हां दे स्थान है, उन्हां दी सेवा बाबा नारायण सिंह जी महाराज, जिन्हां ने 7 साल गागर दी सेवा कीती,
24 ਕਿਲੋਮੀਟਰ ਜਾਣਾ ਤੇ 24 ਕਿਲੋਮੀਟਰ ਆਉਣਾ। ਜਿਵੇਂ ਤੁਹਾਨੂੰ ਦੱਸ ਰਹੇ ਸੀ ਸਾਡੇ ਮਹੰਤ ਕਰਮਜੀਤ ਸਿੰਘ ਜੀ, ਇਹ ਭਾਈ ਜਿਹੜੇ ਮਹਾਂਪੁਰਸ਼ ਹੈ, ਇਹਦੇ ਲਈ ਕੁਝ ਕਰਨਾ ਪੈਂਦਾ ਹੈ। ਕਰਨਾ ਆਪ ਗਵਾਈਆ ਤਾਂ ਸਹੁ ਪਾਈਆ, ਔਰ ਕੈਸੀ ਚਤਰਾਈ। ਆਪਣਾ ਆਪ ਗਵਾਉਣਾ ਪੈਂਦਾ ਹੈ। ਕਾਹਦੇ ਵਾਸਤੇ? ਆਪਣੇ ਮਾਲਕ ਨੂੰ ਪਾਉਣ ਵਾਸਤੇ। ਅਸੀਂ ਜੇ ਇਹਨਾਂ ਨੂੰ ਪਾਉਣਾ ਤਾਂ ਸਾਨੂੰ ਕੁਝ ਕਰਨਾ ਪਵੇਗਾ। ਵਡਿਆਈ ਕਰਨੀ ਪਵੇਗੀ ਆਪਣੇ ਮਾਲਕ ਦੀ, ਸਿਫਤ ਕਰਨੀ ਪਵੇਗੀ ਆਪਣੇ ਮਾਲਕ ਦੀ। ਅਸੀਂ ਸਿਫਤ ਕਰਾਂਗੇ, ਸਾਡੀ ਦਰਬਾਰ ਵਿੱਚ ਗੰਢ ਪੈ ਜਾਵੇਗੀ। ਗੰਢ ਬਾਬਾ ਜੀ ਬਾਣੀ ਅੰਦਰ ਵੀ ਕਿਰਪਾ ਕਰਦੇ ਆ। ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚਾ ਖਾਏ। ਸਤਿਗੁਰ ਬਿਨ ਹੱਥ ਨਾ ਆਵਈ, ਸਭ ਥੱਕੇ ਕਰਮ ਕਮਾਏ। ਪੁੱਤੀ ਗੰਢ ਪਵੈ ਸੰਸਾਰ, ਭੁੱਖਿਆਂ ਗੰਢ ਪਵੈ ਜਾਂ ਖਾਏ। ਵੇਦਾਂ ਗੰਢ ਬੋਲੇ ਸੱਚ ਕੋਏ, ਨਾਨਕ ਆਖਾ ਇਹੋ ਵਿਚਾਰ। ਸਿਫਤੀ ਗੰਢ ਪਵੈ ਦਰਬਾਰ। ਜੇ ਅਸੀਂ ਸਿਫਤ ਕਰਾਂਗੇ, ਆ ਇੱਕ ਮਾਮੂਲੀ ਜਿਹੇ ਲੋਕ ਆ ਜਾਂਦੇ ਆ, ਉਹਨਾਂ ਦੀ ਅਸੀਂ ਸਾਰੀ ਦਿਹਾੜੀ ਸਿਫਤ ਕਰਨੋਂ ਨਹੀਂ ਹਟਦੇ। ਤੇ ਜੇ ਭਾਈ ਅਸੀਂ ਏਡੇ ਵੱਡੇ ਮਾਲਕ ਦੀ ਕਰਾਂਗੇ ਤੇ ਸਾਡੇ ਤੇ ਮਿਹਰਾਂ ਕਰ ਦੇਵੇਗਾ। ਇਸ ਲਈ ਭਾਈ ਅਸੀਂ ਹੁਣ ਸਮਾਪਤੀ ਦੇ ਨੇੜ ਨੂੰ ਆ। ਨਾਲੇ ਸਾਡਾ ਬਹੁਤ ਵੱਡਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ। ਸੰਘਰਸ਼ ਉਹ ਕਿਸੇ ਇਕੱਲੇ ਹਲ ਵਾਹੁਣ ਵਾਲੇ ਦਾ ਨਹੀਂ ਹੈ, ਨਾਲ ਮਜ਼ਦੂਰਾਂ ਦਾ ਵੀ ਹੈ। ਜਿਨ੍ਹਾਂ ਦੇ ਨਾਲ ਢਿੱਡ ਲੱਗਿਆ ਵਾ ਨਾ, ਆਹ ਢਿੱਡ ਰੋਟੀਆਂ ਖਾਣ ਵਾਸਤੇ, ਉਹ ਸਾਰਿਆਂ ਦਾ ਸੰਘਰਸ਼ ਵਾ। ਸਾਡੀਆਂ ਸਰਕਾਰਾਂ ਵੀ ਸੋਚ ਲੈਣ ਇਸ ਗੱਲ ਨੂੰ, ਬਈ ਅਸੀਂ ਇਹਨਾਂ ਦੀਆਂ ਵੋਟਾਂ ਨਾਲ ਰਾਜ ਭਾਗ ਸੰਭਾਲ ਕੇ ਅੱਜ ਅਸੀਂ ਇਹਨਾਂ ਨੂੰ ਖਰਾਬ ਕਰ ਰਹੇ ਹਾਂ। ਖਰਾਬ ਨਹੀਂ ਕਰਨਾ ਚਾਹੀਦਾ। ਬਾਬਾ ਜੀ ਕਿਰਪਾ ਕਰਦੇ ਸੀ। ਅਸੀਂ ਭਾਈ ਹਰ ਇੱਕ ਲਈ ਚੰਗਾ ਸੋਚਣਾ। ਉਹ ਵਿਚਾਰੇ ਪਾਲਿਆਂ ਵਿੱਚ ਠੰਡ ਦੇ ਵਿੱਚ ਉੱਥੇ ਬੈਠੇ ਆ, ਪਰ ਸਾਡੀ ਸਰਕਾਰ ਨੂੰ ਜਿਵੇਂ ਇੱਕ ਮਾਪਾ ਹੁੰਦਾ, ਮਾਪਾ ਜੇ ਉਹਦੇ 4 ਬੱਚੇ ਆ, ਉਹ ਸਾਰਿਆਂ ਲਈ ਵੇਖਦਾ ਹੈ। ਇਹ ਨਾ ਸੋਚੇ ਕੋਈ ਬਈ ਸਹਿ ਤੋਂ ਥੋੜੇ ਆ, 2 ਸੂਬੇ ਆ, ਸਾਰੇ ਹਿੰਦੁਸਤਾਨ ਦੇ ਜੱਟ ਜ਼ਿਮੀਂਦਾਰ, ਕਿਸਾਨ, ਮਜ਼ਦੂਰ ਉਹ ਬੈਠੇ ਆ। ਇਸ ਲਈ ਮੈਂ ਟੂਕ ਹੀ ਦੇਣੀ ਹੈ। ਸਾਡਾ ਜੋ ਫਰਜ਼ ਹੈ, ਅਸੀਂ ਜਿੱਥੇ ਵੀ ਬੈਠੇ ਆ, ਅਸੀਂ ਉਸ ਸੰਘਰਸ਼ ਦਾ ਸਾਥ ਦਈਏ ਵੱਧ ਚੜ ਕੇ। ਤੇ ਇਸ ਲਈ ਭਾਈ ਸਾਡੇ ਜਿੰਨੇ ਸਤਿਕਾਰਯੋਗ ਮਹਾਂਪੁਰਸ਼ ਆਏ ਆ, ਦਾਸ ਸਾਰਿਆਂ ਵੱਲੋਂ ਤਹਿ ਦਿਲੋਂ ਜੀ ਆਇਆਂ ਕਹਿੰਦਾ ਹੈ। ਸਾਡੇ ਨਾਲ ਸੰਤ ਰੇਸ਼ਮ ਸਿੰਘ ਹੋਣੀ ਵੀ ਆਏ ਆ। ਤੇ ਇਸ ਤਰ੍ਹਾਂ ਭਾਈ ਇਹ ਜਿਹੜੇ ਸਮੇਂ ਆ ਭਾਗਾਂ ਨਾਲ ਮਿਲਦੇ ਆ। ਐਕਤੀ ਸਾਨੂੰ ਸੰਤਾਂ ਨੇ ਪਹਿਲਾਂ ਸਮਾਂ ਦੇ ਦਿੱਤਾ, ਸਾਨੂੰ 15 ਮਿੰਟ ਕਿਹਾ ਸੀ, ਬਸ ਸਾਡਾ ਟਾਈਮ ਹੋ ਗਿਆ। ਅਸੀਂ ਇੱਕ ਤਾਂ ਅੰਮ੍ਰਿਤ ਜ਼ਰੂਰ ਛਕਣਾ, ਇੱਕ ਬੱਚੇ ਬੱਚੀਆਂ ਨੇ ਮਾਤਾ ਪਿਤਾ ਦਾ ਹੁਕਮ ਜ਼ਰੂਰ ਮੰਨਣਾ, ਇੱਕ ਅਸੀਂ ਨਸ਼ੇ ਨਹੀਂ ਛਕਣੇ। ਨਸ਼ਾ ਸਾਨੂੰ ਨਾਮ ਬਾਣੀ ਦਾ ਚਾਹੀਦਾ। ਅਸੀਂ ਝੂਠੇ ਨਸ਼ੇ ਨਹੀਂ ਛਕਣੇ, ਉਹਨਾਂ ਤੋਂ ਬਚਣਾ। ਬਾਬਾ ਜੀ ਕਹਿੰਦੇ ਸੀ ਭਾਈ ਅੰਮ੍ਰਿਤ ਜ਼ਰੂਰ ਛਕਣਾ। ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਕਿੰਨੀਆਂ ਮਿਹਰਾਂ ਕੀਤੀਆਂ, ਇੱਥੋਂ ਅਸੀਂ ਮਿਹਰਾਂ ਲਿਜਾਣੀਆਂ। ਇਸ ਲਈ ਸਾਰੇ ਭਾਗਾਂ ਵਾਲਿਓ, ਸਾਡੇ ਇੱਕ ਸੰਤ ਭੂਰੀ ਵਾਲੇ ਜਿਨ੍ਹਾਂ ਦਾ ਨਾਂ ਲਿਆ ਸੀ ਬਾਬਾ ਜੀ ਨੇ, ਤੇ ਬਾਬਾ ਕਸ਼ਮੀਰ ਸਿੰਘ ਜੀ, ਦੇਖੋ ਉਹਨਾਂ ਨੇ ਕਿੱਡਾ ਵੱਡਾ ਲੰਗਰ ਲਾਇਆ, ਕਿੰਨੀਆਂ ਸੋਹਣੀਆਂ ਬਿਲਡਿੰਗਾਂ ਬਣਾਈਆਂ। ਉਹਨਾਂ ਨੇ ਕਿਹੜਾ ਨਾਲ ਲੈ ਜਾਣੀਆਂ ਚੱਕ ਕੇ, ਆ ਸੰਗਤਾਂ ਵਾਸਤੇ ਬਣਾਈਆਂ।
आ बिहारी लोगों नूं पता लग गया भी वो खाने किन्ने तरह के बनते आ, किवें खाईदे आ। पहला पता नहीं सी कईयां नूं, इसलिए सत्ती पदार्थ खाने बनाउंदे आ। ते इस तरह भाई जिहड़े महापुरुष है, मैं कईयां दे नाम भी नहीं जानदा, बड़ियां सभावां करा रहे आ अड्डो अड्डी। ये जिहड़ियां सभावां ये महापुरुषां दे हिस्से विच आउंदियां। इसलिए भागां वालिओ सारे भाई, एक तां अंमृत जरूर सकना, गुरु वाले बनना। इत्थे आए हो कोई ना कोई, हर एक बंदे नूं पता हुंदा मेरे विच की भैड़ है। वो निजम करके जाओ गुरु साहब दे कोले, सच्चे पातशाह जे सारे नहीं छड्डदा, आ मैं जरूर छड्ड दिता। ते इस तरह भाई असी चंगे बनना है। अंमृत वेले उठिया करो, नितनेम करिया करो, बाणी पढ़िया करो, ये साडे लई जरूरी है। असी सोथों एक प्यार दा सबूत लैना है। वो केड़ा बई असी बाणी पढ़ांगे, अंमृत वेले उठांगे, नितनेम करांगे, ते असी आपस विच ही प्यार ना रहांगे। गुरु ग्रंथ साहब नूं, गुरु कलगीधर पातशाह नूं मन्नांगे। सारे बाहां खड़ियां करके प्यार दा सबूत दिओ, पता लगे थोड़े च किन्ना प्यार है। बोले सो निहाल। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी का खालसा, वाहिगुरु जी की फतेह। संत बाबा काला सिंह जी ने बहुत कमाई वाले वचन आप जी सरवण कराए। कले संत ही ना समझो, किसान मोर्चे की गल की। नानकसर संप्रदाय ने किसान मोर्चे में हिस्सा पाया, माया का हिस्सा पाया, कंबलों का हिस्सा पाया, पदार्थ राशन का हिस्सा पाया। इत्थे बस नहीं, संत बाबा राम सिंह, नानकसर, सिंगड़ा करनाल गल करते सी ना, बाबा जोगा सिंह जी ये बैठे ने, इन्हां दे मुरशद गुरु इन्हां तो पहला 1982 विच जदों मोर्चा लगा, ये मैं गल तां सुनाण लगा, लोग कहंदे आ जांदे संत, आ साध जांदे, ये बेले बड़ियां गड्डियां चढ़दे, ये की करदे? कोई कहंदा इन्हां करके प्रचार नहीं, कोई कहंदा कुछ नहीं करदे, कुछ नहीं करदे। पर साध संगत जो संत कर जाते ने, वो फिर इतिहास बन जाता है। की कीता संत ने? किसानां नूं देखिया सामने। तुसीं इलाकिਆਂ चों भी कई आए होणगे, कई इत्थे दे होणगे, बिहार दे, बंगाल दे होणगे। तुसीं उस नज़ारे नूं नहीं देख सकते जिवें गुरु गोबिंद सिंह महाराज ने इन्हां दिनां दे विच माछीवाड़े दे जंगलों दे विच, बिखड़े पैंडियां विच, ठंड दीयां रातां विच जीवन कटिया, दिन कटे, पुत्र वारे, माता वारी, फिर भी क्या मित्र प्यारे नू हाल मुरीदां दा कहना। इन्ना कुछ किया ते उहदे सिख अज भी उह राहां ते चलदे ने, सड़कां ते पए ने, ठंडियां रातां विच पए ने, बर्फ दे विच पए ने। ते साध संगत तुसीं हैरान होवोगे कि सिख दा लंगर इत्थे भी लंगर चलदे पे ने, उन्हां मोर्चियां दे विच भी लंगर चलदे पे ने। ते लंगर किसान नहीं खा रहे, लंगर खा रहे उस इलाकिਆਂ ਦੇ गरीब गुरबे। ਉਹ ਕਹਿੰਦੇ ਸੰਤਾ ਅੱਜ पता लगा ਇਹ ਸਿੱਖੀ, सिख इन्ने चंगे, सिख इन्ने अच्छे। उस मोर्चे दे विच
जे किसी ने शहादत का पहला जाम पीता वो कोई होर नहीं सी, वो भी एक संत सी जिसका नाम संत बाबा राम सिंह जी। कहते मैनू नहीं चंगा लगता, मैनू नहीं अच्छा लगता, अखर केड़े कहे, कहते ने किसी ने अपने ओहदे छड्ड दिते, किसी ने अपने पद्म श्री अवार्ड दे दिते वापस, किसी ने अपनी नौकरियां तो इस्तीफे दे दिते, किसी ने कुछ दिता, किसी ने कुछ दिता। मेरे कोल कुछ भी नहीं, मेरे कोल एक मानस देही है जेड़ी सब तो कीमती है। तुसी कदी सोचे इस गल नूं भी ये जीवन, ये जिंदगी, ये मानस देही सब तो उत्तम ते सब तो कीमती। कहंदे मैं यही इस देही नूं ही पंथ दे, कौम दे, किसानां दे लेखे लाउंदा। शहादत दे दी वही संत सी। बाबा जी ने बहुत सोहने बचन आप जी ने सरवण कराए। मैं बेनती करांगा संत गुरमीत सिंह जी खोसा कोटला वाले, जेड़े बहुत विद्वान साधु ने, पढ़े लिखे ने, उन्होंने बेनती है वो आप जी नूं अमृत बचन सरवण कराणगे। बड़े प्यार विच जुड़ बैठ के आप जी सरवण करो। बोले सो निहाल। श्री वाहिगुरु साहिब जी। सिकता कंते मेर की, मेर होते कन कीन। श्री गोबिंद सिंह नमः मम, केवल दानी दीन। जुगो जुग अटल धन श्री गुरु ग्रंथ साहिब सच्चे पातशाह जी की पावन निगी गोद अंदर बाला प्रीतम चोजी प्रीतम धन धन श्री गुरु गोबिंद सिंह साहब सच्चा पातशाह जी का जो अवतार स्थान प्रकाश पुरब 354वीं याद अंदर जुड़ बैठे गुरु खालसा जी। आदो सैत फतेह बुलाओ, आखो जी वाहिगुरु जी का खालसा वाहिगुरु जी की फतेह। अमृत वेले दे नितनेम दीवान दी आरंभता तो लैके वर्तमान तक, क्योंकि असी तुसी जिन्ने देश विदेश तो आए हाँ, इस परिसर दे विच रहन दा सानू समा मिल रहा है। भले कमरे च बैठे हाँ, भले दीवान च आके बैठे हाँ, कोई ना कोई अल्फाज साढ़े कन्ना तक गूंजदा पहुँचदा है। कोई ना कोई सिद्धांत आइडियोलॉजी जिहड़ी साढ़े ब्रेन दे अंदर किते ना किते आके टच करदी है, जिहदी टचिंग नूं महसूस करदिआं, फीलिंग नूं महसूस करदिआं साडा माइंड जिहड़ा है, माइंड सैट जिहड़ा है अवेयर हुंदा है, सावधान हुंदा है कि वाह आ की बोलिया गया। जिन्ना कुछ सुनिया उसे नूं मद्देनज़र रखदिआं होइआं, क्योंकि महापुरखां दी स्टेज है, तो एक संत जिहड़ा है, क्योंकि संत एक आइडियोलॉजी हुंदी है, एक सिद्धांत हुंदा है, तो इस जिस सरजमीन ते बैठे हाँ, एक इनोसेंस का रूप बन के, मासूमियत का रूप बन के उन्होंने किस तरह नाल संचार करते हैं। इतिहास तुसी सुनिया है, संत हमेशा वर्तमान का नाम हुंदा है। आ शरीर ओ शरीर, जेड़ा भी शरीर जदों आइडियोलॉजी के नीयर बाय होके चलता वो संत है। जदों वो सिद्धांत के परिसर चो पासे चले जाता है तो वह संतगिरी तो खब्बे सज्जे निकल जाता है। इसे करके इस शरीर के अंदर एक मन खुटहर का आकार है, एक मन इहो मन कर्मा, इहो धर्म, इहो मन धर्मां का आकार है। धर्म का अनुसरण करता रहे,
ਤਾਂ ਇਹ ਕ੍ਰੀਏਸ਼ਨ ਬਣ ਕੇ ਕ੍ਰੀਏਟਿਵ ਸੈਂਸ ਤਿਆਰ ਕਰਦਾ ਹੈ। ਤੁਸਾਂ ਨੇ ਇਤਿਹਾਸ ਸੁਣਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਰਚਨਾ ਤੋਂ ਉਹਦੀ ਆਈਡੀਓਲੋਜੀ ਦੀ ਜੋ ਵੈਲਿਊਬਿਲਿਟੀ ਹੈ ਉਹਦੇ ਨੇੜੇ ਜਾ ਕੇ ਉਹਨਾਂ ਨੇ ਬਹੁਤ ਕੁਝ ਕਹਿਣ ਦਾ ਯਤਨ ਕੀਤਾ। ਹੁਣ ਵੀ ਤੁਸੀਂ ਬਾਬਾ ਜੀ ਦੋਨਾਂ ਮਹਾਂਪੁਰਖਾਂ ਤੋਂ ਸੁਣਿਆ, ਮੈਂ ਨਾਮਾਂ ਨੂੰ ਇਸ ਕਰਕੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਟਾਈਮ ਇਜ਼ ਮਨੀ। ਤਾਂ ਇਹਦੇ ਵਿੱਚੋਂ ਅਸੀਂ ਉਹ ਕੁਝ ਹਾਸਲ ਕਰਨ ਦਾ ਯਤਨ ਕਰੀਏ ਜਿਸ ਲਈ ਰੱਬ ਨੇ ਸਾਨੂੰ ਸੰਤ ਬਣਾਇਆ। ਬਾਬਾ ਜੀ ਹੁਣੇ ਹੀ ਮਨੁੱਖੀ ਜਨਮ ਦੀ ਕੀਮਤ ਦੀ ਗੱਲ ਕਰ ਰਹੇ ਸਨ। ਇੱਕ ਖੁਰਾਕ ਜਿਹਨੂੰ ਤੁਸੀਂ ਮੂੰਹ ਰਾਹੀਂ ਖਾਂਦੇ ਹੋ, ਮਾਈਲਸ ਬਣ ਕੇ ਹਾਰਮੋਨ ਤੱਕ ਤੁਹਾਡੇ ਮਨ ਨੂੰ ਸਹਾਰਾ ਦਿੰਦਾ ਹੈ। ਤਾਂ ਤੁਹਾਡਾ ਮਨ ਤਿਆਰ ਹੁੰਦਾ, ਕਹਿੰਦੇ ਜੈਸਾ ਅੰਨ ਤੈਸਾ ਮਨ। ਅਗਰ ਮਨ ਖਰਾਬ ਹੋਇਆ ਤਾਂ ਕਰਮ ਵਿੱਚੋਂ ਕਿਰਿਆ ਬਦਲ ਗਈ। ਤਾਂ ਜਿਹੜੀ ਪੋਸਟ ਇਹਨਾਂ ਇੱਕ ਦੇ ਵਿੱਚੋਂ ਵੈਲਿਊਏਬਲ ਹੋ ਕੇ ਗਈ, ਪ੍ਰਾਈਮ ਮਿਨਿਸਟਰ ਸੋਚਣ ਦੇ ਲਈ ਬਾਰ-ਬਾਰ ਮੂਵ ਹੋ ਰਿਹਾ, ਪੈਂਡੂਲਮ ਵਾਂਗੂ ਟੂ ਫਰੋ ਹੋ ਰਿਹਾ। ਕੀ ਕੀਤਾ ਜਾਏ? ਕਾਰਨ ਕੀ ਹੈ ਕਿ ਜਦੋਂ ਪੋਸਟ ਤੇ ਚਲੇ ਜਾਂਦੇ ਹਾਂ, ਪ੍ਰੋਸਪੈਰਿਟੀ ਤੇ ਪਰਸਨੈਲਿਟੀ, ਸ਼ਖਸੀਅਤ ਅਤੇ ਸ਼ਖਸੀਅਤ ਸਿਧਾਂਤ ਦੋਨਾਂ ਵਿੱਚ ਆ ਕੇ ਜਦੋਂ ਕਸ਼ਮਕਸ਼ ਸ਼ੁਰੂ ਹੋ ਜਾਂਦੀ ਹੈ, ਇੱਥੇ ਫਿਰ ਮਾਸੂਮੀਅਤ ਕੰਮ ਆਉਂਦੀ ਹੈ। ਜਿਵੇਂ ਬਾਬਾ ਜੀ ਨੇ, ਇਹਨਾਂ ਮਹਾਂਪੁਰਖਾਂ ਨੇ ਬਚਨ ਕਰਦਿਆਂ ਹੋਇਆਂ ਕਿ ਕਿਸਾਨ ਜਿਹੜਾ ਏ, ਪੇਟ ਨਾਲ ਲੱਗੀ ਹੋਈ ਹਰ ਕਿਰਿਆ ਦੇ ਅੰਦਰ ਸਿਧਾਂਤ ਦੇਣ ਵਾਲਾ ਜਿਹੜਾ ਵਿਚਾਰ ਹੈ ਉਹ ਖੁਰਾਕ ਹੈ। ਤਾਂ ਖੁਰਾਕ ਦਾ ਜਿਹੜਾ ਕਰਮ ਹੈ, ਜਿੱਥੇ ਮਨ ਤੇ ਅਸਰ ਪਾਉਂਦਾ ਹੈ, ਵਿਚਾਰਾਂ ਨਾਲ ਰੂਪ ਦਿੰਦਾ ਹੈ, ਉਥੇ ਸਿਧਾਂਤ ਦਾ ਅਸਰ। ਕਿਉਂਕਿ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਦਾ ਧਰਮ, ਅਗਰ ਜਿਸ ਧਰਮ ਨੂੰ ਵੀ ਮੈਂ ਬਿਲੋਂਗ ਕਰਦਾ ਉਹਦੀ ਆਈਡੀਓਲੋਜੀ ਉਸ ਦੇ ਮੈਂ ਨੇੜੇ ਹੋਵਾਂਗਾ, ਤਾਂ ਮੈਂ ਵੈਰਾਈਟੀ ਦਾ ਸਨਮਾਨ ਕਰਾਂਗਾ। ਕਿਉਂਕਿ ਇਹ ਵੈਰਾਈਟੀ ਹੀ ਹੈ ਜਿਹੜੀ ਫੂਡ ਚੇਨ ਬਣ ਕੇ ਸਾਡੀ ਬਾਡੀ ਵਿੱਚ ਗੁਣਵੱਤਾ ਦਿੰਦੀ ਹੈ। ਇਹ ਗੁਣ ਦੀ ਵੈਰਾਈਟੀ ਹੈ ਕਿ ਇੱਥੇ ਆ ਕੇ ਇੱਥੋਂ ਦੇ CM, ਡਿਪਟੀ CM, ਗਵਰਨਰ ਸਭ ਕੁਝ ਆ ਕੇ, ਔਰ ਮੇਰੇ ਤੇਰੇ ਵਰਗੇ ਅਸੀਂ ਤੁਸੀਂ ਵੀ ਸਾਰੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ ਦਾ ਪੈਗਾਮ ਦਿੰਦੀ ਹੈ। ਹੁਣ ਅਗਲੀ ਗੱਲ ਆ ਗਈ ਕਿ ਇਸ ਪਰਸਨੈਲਿਟੀ ਦਾ ਰੂਪ ਕਿਸ ਕਰਕੇ ਹੈ? ਜੇ ਪ੍ਰੋਸਪੈਰਿਟੀ ਹੈ। ਅਗਰ ਕਿਸੇ ਵੇਲੇ ਮਿਹਨਤ ਸ਼ੁਰੂ ਹੋਈ, ਇੱਕ ਪਾਰਟੀ ਦਾ ਆਕਾਰ ਬਣੀ, ਤਾਂ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣੀ। ਖਿਆਲ ਰਹੇ ਕਿਸੇ ਨਾ ਕਿਸੇ ਥਾਂ ਤੇ ਅਸੀਂ ਤੁਸੀਂ ਸਾਰੇ ਪੋਸਟਡ ਹੋਵਾਂਗੇ। ਹੋ ਸਕਦਾ ਹੈ ਉਹ ਪੋਸਟ ਕਿਸਾਨ ਦੀ ਹੋਏ, ਹੋ ਸਕਦਾ ਹੈ ਉਹ ਪੋਸਟ ਬਿਜ਼ਨਸਮੈਨ ਦੀ ਹੋਏ, ਹੋ ਸਕਦਾ ਹੈ ਉਹ ਪੋਸਟ ਕਿਸੇ ਲਾਈਨ ਦੀ ਹੋਏ। ਪਰ ਇਮਾਨਦਾਰੀ ਨਾਲ ਅਗਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਾਂ ਤਾਂ ਦੇਸ਼ ਦਾ ਨਾਗਰਿਕ ਹੁੰਦਿਆਂ ਹੋਇਆਂ ਅਹਿਸਾਸ ਦਿਲਾਉਂਦੇ ਹਾਂ ਕਿ ਇਹ ਮਤ ਸਮਝ ਕਰੰਸੀ ਦੇ ਨਾਲ ਹੀ ਸਭ ਕੁਝ ਚੱਲਦਾ ਹੈ, ਬਿਨਾਂ ਕਰੰਸੀ ਤੋਂ ਵੀ ਸਾਰਾ ਕੁਝ ਚੱਲ ਸਕਦਾ ਹੈ। ਦਿੱਲੀ ਦੀਆਂ ਬਰੂਹਾਂ ਦੇ 4 ਚੁਫੇਰੇ ਦੀ ਜਿਹੜੀ ਗੱਲ ਤੁਸੀਂ ਸੁਣੀ ਹੈ, ਕੀ ਹੈ? ਤਾਂ ਕਰੰਸੀ ਬਹੁਤ ਵੱਡੀ ਨਹੀਂ ਹੈ। ਜੇ ਵੱਡਾ ਹੈ ਤਾਂ ਤੁਹਾਡਾ ਵਿਚਾਰ ਹੈ, ਜੇ ਵੱਡਾ ਹੈ ਵਿਚਾਰ ਕਰਕੇ ਤੁਹਾਡਾ ਆਚਾਰ ਹੈ। ਤਾਂ ਜਿਹੜਾ ਬਿਹੇਵ ਹੈ, ਜਦੋਂ ਇਸ ਨੂੰ ਕ੍ਰੀਏਟਿਵ ਰੂਪ ਦੇ ਵਿੱਚ ਲੈ ਕੇ ਚੱਲਣਾ, ਜ਼ਿੰਦਗੀ ਨੂੰ ਅਗਰਸਰ ਕਰਨਾ ਚਾਹੁੰਦਾ ਹੈ, ਤਾਂ ਹਰ ਵਕਤ ਆਪਣੇ ਆਪ ਨੂੰ ਸਮਝਣਾ ਪਏਗਾ ਕਿ ਸਾਨੂੰ ਉਸ ਮਾਸੂਮ ਰੂਹ ਨੇ ਇਸ ਸਰਜ਼ਮੀਨ ਉੱਪਰ ਵਿਚਰਦਿਆਂ ਹੋਇਆਂ, ਜਿੱਥੇ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਦੋ ਕੁਜੀਆਂ ਤੇ ਹੱਥ ਰੱਖੇ, ਉਥੇ ਨਾਲ ਪ੍ਰੋਸਪੈਰਿਟੀ ਦਾ ਸੱਚ, ਆਈਡੀਓਲੋਜੀ ਦਾ ਸੱਚ ਪੰਡਤ ਸ਼ਿਵਦੱਤ ਨੂੰ ਵਿਖਾਉਂਦਿਆਂ ਹੋਇਆਂ ਕਿ ਨਾਲੇ ਕਹਿੰਦੇ ਭੋਗ ਲਾ ਤੇ ਨਾਲੇ ਕਹਿੰਦੇ ਝੂਠਾ ਹੋ ਗਿਆ। ਔਰ ਅਗਲਾ ਨੂਰ ਫਿਰ ਉਹਦੇ ਤਾਈਂ ਸੱਚ ਵਿਖਾਉਂਦਿਆਂ ਹੋਇਆਂ ਜਦੋਂ ਕਹਿੰਦੇ ਨੇ ਪੰਡਤ ਜੀ ਝਾਤ, ਅੱਖਾਂ ਖੋਲਦਾ ਪੰਡਤ, ਸਾਹਮਣੇ ਰਾਮ ਜੀ ਨਜ਼ਰ ਆਉਂਦੇ ਨੇ, ਅੱਖਾਂ ਝੁਕ ਕੇ ਦੇਖਦਾ ਤੇ ਬਾਲਾ ਪ੍ਰੀਤਮ ਨਜ਼ਰ ਆਉਂਦੇ ਨੇ। ਤਾਂ ਇਹਨੂੰ ਸ਼ੀਸ਼ੇ ਦੇ ਸਾਹਮਣੇ ਖੜ ਕੇ, ਜਿਹਨੂੰ ਭਾਈ ਸਾਹਿਬ ਗੁਰਦਾਸ ਜੀ ਨੇ ਆਖਿਆ, ਜਿਉਂ ਕਰ ਨਿਰਮਲ ਆਰਸੀ, ਜੈਸਾ ਹੋਏ ਸੋ ਤੈਸਾ ਦੇਖੈ, ਗੋਰੇ ਗੋਰਾ ਦੇਖੀਐ, ਕਾਲੇ ਕਾਲਾ ਰੰਗ ਵਸਿਖੈ। ਤਾਂ ਇਹ ਗੁਰੂ ਗੋਬਿੰਦ ਸਿੰਘ ਦਿਆ ਸਿੱਖਾ, ਇਹ ਪੰਜਾਬੀ ਨਾਲ ਜੁੜਿਆ ਹੋਇਆ ਪੰਜਾਬੀ ਭਰਾਵਾ, ਇਹ ਕੁਦਰਤ ਦੇ ਕਾਇਨਾਤ ਅੰਦਰ ਕਿਸੇ ਸਟੇਟ ਅੰਦਰ ਰਹਿਣ ਵਾਲਿਆ